ਪਿਆਰੀ ਕਿਸਾਨ ਵੀਰੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਬਹੁਤ ਹੀ ਅਗਾਂਹ ਵਧੂ ਨੌਜਵਾਨ ਪੜ੍ਹੇ ਲਿਖੇ ਕਿਸਾਨ ਨੂੰ, ਜਿਨ੍ਹਾਂ ਨੇ ਫਸਲੀ ਵਿਭਿੰਨਤਾ ਦੇ ਵਿੱਚ ਵੀ ਯੋਗਦਾਨ ਪਾਇਆ ਤੇ ਹਵਾ, ਪਾਣੀ ਅਤੇ ਮਿੱਟੀ ਯਾਨੀ ਕਿ ਸਾਡੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਸੋ ਮੇਰੀ ਮੁਰਾਦ ਹੈ, ਮੇਰੇ ਨਾਲ ਹੀ ਬੈਠੇ ਨੇ ਸਰਦਾਰ ਸੁਖਦੀਪ ਸਿੰਘ ਜੀ, ਜਿਨ੍ਹਾਂ ਦਾ ਪਿੰਡ ਹੈ ਦੁਸਾਂਝ ਖੁਰਦ, ਬਲਾਕ ਹੈ ਰੁੜਕਾ ਕਲਾਂ, ਜ਼ਿਲ੍ਹਾ ਹੈ ਜਲੰਧਰ। ਸੋ ਇਹਨਾਂ ਤੋਂ ਆਪਾਂ ਇਹਨਾਂ ਦੀ ਸਫਲਤਾ ਦਾ ਰਾਜ ਤੁਹਾਡੇ ਨਾਲ ਸਾਂਝਾ ਕਰਵਾਵਾਂਗੇ। ਮੈਂ ਸਭ ਤੋਂ ਪਹਿਲਾਂ ਸੁਖਦੀਪ ਸਿੰਘ ਜੀ ਤੁਹਾਡਾ ਸਵਾਗਤ ਕਰਦਾ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਮੈਂ ਤੁਹਾਡੇ ਆਪਣੇ ਬਾਰੇ ਪੁੱਛਣਾ ਚਾਹੂੰਗਾ ਕਿ ਥੋੜ੍ਹਾ ਜਿਹਾ ਆਪਣੀ ਫੈਮਿਲੀ ਬਾਰੇ, ਥੋੜ੍ਹਾ ਆਪਣੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਕਿੱਥੋਂ ਪੜ੍ਹਾਈ ਕੀਤੀ ਹੈ ਤੇ ਕਿੱਥੇ ਤੱਕ ਪੜ੍ਹਾਈ ਕਰਕੇ ਹੁਣ ਅੱਜ ਕਿਸ ਮੁਕਾਮ 'ਤੇ ਹੋ। ਹਾਂਜੀ, ਮੇਰਾ ਨਾਮ ਸੁਖਦੀਪ ਸਿੰਘ ਆ, ਪਿੰਡ ਵਿੱਚ ਦੁਸਾਂਝ ਖੁਰਦ। ਤੁਹਾਡਾ ਸਾਰੀ ਟੀਮ ਦਾ ਇੱਥੇ ਪਹੁੰਚਣ ਦੇ ਨਿੱਘਾ ਸਵਾਗਤ ਆ, ਅਸੀਂ ਧੰਨਵਾਦੀ ਹਾਂ ਤੁਹਾਡੇ। ਤੇ ਮੈਂ ਮਾਸਟਰਸ ਆਫ ਰਿਮੋਟ ਸੈਂਸਿੰਗ ਕੀਤੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ, ਤੇ ਉਸ ਤੋਂ ਬਾਅਦ ਮੈਨੂੰ ਉੱਥੇ ਜੌਬ ਮਿਲ ਗਈ ਸੀ ਰਿਸਰਚ ਫੈਲੋ ਦੀ ਜੀ। ਤੇ ਉਸ ਤੋਂ ਬਾਅਦ ਜਿਹੜੀ ਪ੍ਰਮੋਸ਼ਨ ਹੋ ਗਈ ਮੇਰੀ ਰੀਜਨਲ ਰਿਸਰਚ ਸਟੇਸ਼ਨ ਬੱਲੋਵਾਲ ਸੌਂਕ, ਜਿਹੜਾ ਆਪਣਾ ਕੰਢੀ ਖੇਤਰ ਦਾ ਯੂਨੀਵਰਸਿਟੀ ਦਾ ਜਿਹੜਾ ਰਿਸਰਚ ਫਾਰਮ ਆ ਮੇਨ। ਇਸੇ ਤਰ੍ਹਾਂ ਫਿਰ ਉੱਥੇ ਸਾਰੇ ਤਰ੍ਹਾਂ ਦੇ ਕੀਟ ਵਿਗਿਆਨੀ, ਐਗਰੋਨੋਮੀ ਦੇ ਡਾਕਟਰ, ਸਾਰੇ ਤਰ੍ਹਾਂ ਦੇ ਡਾਕਟਰਸ ਨਾਲ ਆਪਣੀ ਵਧੀਆ ਮਿਲਣਸਾਰ ਹੋ ਗਿਆ, ਆਪਾਂ ਦੋਸਤ ਬਣ ਗਏ ਕਾਫੀ। ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਵੀ ਕਿਉਂ ਨਾ ਆਪਾਂ ਵੀ, ਕਿਉਂਕਿ ਸਾਡਾ ਜਿਹੜਾ ਪਿਛੋਕੜ ਆ ਉਹ ਖੇਤੀਬਾੜੀ ਹੱਲ। ਮੈਂ ਸੋਚਿਆ ਵੀ ਜਿਹੜੀ ਆਪਾਂ ਹਾਲੇ 'ਤੇ ਜ਼ਮੀਨ ਦਿੱਤੀ ਆ ਆਪਣੇ, ਕਿਉਂ 11 ਖੇਤ ਨੇ ਜੀ ਜੀ, ਤੇ ਜਿਹੜੀ ਜ਼ਮੀਨ ਹਾਲੇ ਦਿੱਤੀ, ਕਿਉਂ ਨਾ ਮੈਂ ਆਪਣੇ ਡਾਕਟਰ ਸਾਹਿਬ ਦੀ ਜਿਹੜੀ ਹੈਲਪ ਲੈ ਕੇ ਆਪਣੀ ਖੇਤੀ ਸ਼ੁਰੂ ਕਰਾਂ। ਤੇ ਇਸੇ ਤਰ੍ਹਾਂ ਮੇਰਾ ਰੁਝਾਨ ਵੀ ਖੇਤੀਬਾੜੀ ਵੱਲ ਵੱਧ ਗਿਆ ਜੀ। ਸੁਖਦੀਪ ਸਿੰਘ ਜੀ, ਤੁਸੀਂ ਬਹੁਤ ਵਧੀਆ ਦੱਸਿਆ ਕਿ ਤੁਸੀਂ ਪੜ੍ਹਾਈ ਹੈ ਜਿਹੜੀ ਆਪਣੀ ਯੂਨੀਵਰਸਿਟੀ ਲੁਧਿਆਣੇ ਤੋਂ ਕੰਪਲੀਟ ਕਰਕੇ ਤੁਸੀਂ ਰਿਸਰਚ ਫੈਲੋ ਵੀ ਲੱਗੇ ਰਹੇ, ਬੱਲੋਵਾਲ ਸ਼ੌਂਕਣੀ ਜਿਹੜਾ ਨਾ ਰੀਜਨਲ ਰਿਸਰਚ ਸਟੇਸ਼ਨ ਆ PAU ਦਾ, ਉੱਥੇ ਲੱਗੇ ਰਹੇ ਹੋ। ਸੋ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਉਹਨਾਂ ਦੀ ਸੇਧ ਲੈ ਕੇ ਤੁਸੀਂ ਖੇਤੀ ਜਿਹੜੀ ਅੱਗੇ ਠੇਕੇ 'ਤੇ ਦੇ ਦਿੰਦੇ ਸੀ ਜ਼ਮੀਨ, ਉਹਨੂੰ ਆਪਣੇ ਅਧੀਨ ਲਿਆਂਦਾ ਤੇ ਆਪ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਸੋ ਇਹਨਾਂ 11 ਖੇਤਾਂ ਦੇ ਵਿੱਚ ਥੋੜ੍ਹਾ ਜਿਹਾ ਫਿਰ ਸਾਨੂੰ ਇਹ ਦੱਸੋ ਕਿ ਕੀ ਲਗਾਇਆ ਹੋਇਆ ਇਸ ਵੇਲੇ ਤੇ ਆਉਣ ਵਾਲੇ ਸਮੇਂ 'ਚ ਕੀ ਤੁਹਾਡੇ ਵਿਚਾਰ ਨੇ। ਡਾਕਟਰ ਸਾਹਿਬ, ਗੱਲ ਕਰੀਏ ਆਪਣੇ 11 ਖੇਤਾਂ ਦੀ, ਜਿਹੜੇ ਆਪਾਂ ਖੇਤ ਵਿੱਚ ਬੈਠੇ ਹਾਂ, 1.5 ਖੇਤ ਹੈ ਆਪਣਾ ਜੀ। ਇਹ 'ਚ ਆਪਾਂ ਵੱਟਾਂ ਦੇ ਸਾਰੀ ਸਰੋਂ ਲਾਈ ਹੋਈ ਹੈ ਜੀ। ਤੇ ਸਰੋਂ ਲਾਉਣ ਦਾ ਮੇਨ ਮੋਟਿਵ ਇਹ ਵੀ ਹੋ ਗਿਆ ਵੀ ਜਿਹੜਾ ਤੇਲ ਆਪਾਂ ਕਿਉਂ ਨਾ ਘਰ ਦਾ ਲਈਏ। ਤੇ ਥੋੜ੍ਹਾ ਜਿਹਾ ਟੈਕਨੀਕਲੀ ਇਹਦੇ ਵਿੱਚ ਆਪਾਂ ਕੀ ਯੂਜ਼ ਕੀਤਾ ਵੀ ਜਿਹੜਾ ਵੱਟਾਂ ਕੱਢਣ ਦੀ ਸਾਨੂੰ ਪ੍ਰੋਬਲਮ ਆਉਂਦੀ ਸੀਗੀ ਆਪਣੇ ਏਰੀਏ ਦੇ ਵਿੱਚ, ਖਾਸ ਤੌਰ 'ਤੇ ਜਿਹੜੀ ਵੱਟਾਂ ਵਾਲੀ ਖੇਤੀ ਆ, ਜ਼ਿਆਦਾ ਬੈੱਡ ਜਿਹੜੀ ਪਲਾਂਟਿੰਗ ਹੁੰਦੀ ਆ ਕਪੂਰਥਲੇ ਏਰੀਏ 'ਚ ਹੁੰਦੀ ਆ। ਤੇ ਸਾਡੇ ਕੋਲ ਜਿਹੜਾ ਪਲਾਂਟਰ ਸੀਗਾ ਵੀ ਉਹ ਸਿਰਫ ਕਮਾਦੀ ਬੀਜਣ ਵਾਲਾ ਪਲਾਂਟਰ ਸੀਗਾ ਆਪਣੇ ਕੋਲ, ਤੇ ਉਹਦਾ ਆਪਣਾ ਜਿਹੜਾ ਸੈਂਟਰ ਵਾਲਾ ਆਪਾਂ ਹਾਲਿਆ ਉਹਨੂੰ ਕੱਢਤਾ ਤੇ ਫੱਟਾ ਲਾ ਕੇ ਇੱਕ ਤਰ੍ਹਾਂ ਦਾ ਬੈੱਡ ਬਣਾਤੇ ਆਪਾਂ ਜੀ। ਤੇ ਨੀਅਰ ਅਬਾਊਟ ਆਪਾਂ 5 ਤਰੀਕ ਤੋਂ 5 ਅਕਤੂਬਰ ਦੀ ਪਨੀਰੀ ਬੀਜ ਲਈ ਸੀ। ਤੇ ਉਹ ਮਹੀਨੇ ਦੀ ਪਨੀਰੀ ਇੱਥੇ ਆਪਾਂ ਟਰਾਂਸਪਲਾਂਟ ਕੀਤੀ ਹੈ, ਮੁੜ ਕੇ ਪਾਣੀ ਲਾਤਾ। ਤੇ ਕੋਸ਼ਿਸ਼ ਇਹ ਕੀਤੀ ਵੀ ਥੋੜ੍ਹੀ ਜਿਹੀ ਜਿਹੜੀ ਖੇਤੀ ਆ ਜੈਵਿਕ ਕੀਤੀ ਜਾਵੇ। ਪਰ ਸਭ ਤੋਂ ਪਹਿਲਾਂ ਆਪਾਂ ਸਿੰਗਲ ਸੁਪਰ ਫਾਸਫੋਰਟ 1.5 ਕੱਟਾ ਇਹਦੇ ਥੱਲੇ ਵਿਛਾਤਾ ਸੀਗਾ। ਉਸ ਤੋਂ ਬਾਅਦ ਜਿਹੜਾ ਪੱਤੇ ਦਾ ਸਰੰਗੀ ਕੀੜਾ ਆਉਣ ਲੱਗ ਗਿਆ ਤੇ ਆਪਾਂ ਟਰਾਈ ਕੀਤੀ ਐਸੇ, ਮੈਂ ਕਿਹਾ ਟਰਾਈ ਕਰਕੇ ਦੇਖ ਲੈਂਦੇ ਹਾਂ। ਆਪਾਂ ਫਿਰ ਕੀ ਕੀਤਾ, ਖੱਟੀ ਲੱਸੀ ਦੀ ਸਪਰੇਅ ਕਰਤੀ, ਇੱਕ ਤਰ੍ਹਾਂ ਦੀ ਆਰਗੈਨਿਕ ਫਾਰਮਿੰਗ ਹੀ ਹੋ ਗਈ, ਕਿਉਂਕਿ ਇਹੀ ਤੇਲ ਆਪਣੇ ਸੱਜਣਾ ਨੇ ਪੀਣਾ ਆ, ਵਰਤਣਾ ਆ, ਅਸੀਂ ਵੀ ਘਰੇ ਇਸ ਤੇਲ ਵਰਤਣਾ। ਤੇ ਬਾਕੀ ਖੇਤਾਂ ਦੇ ਵਿੱਚ ਆਪਾਂ ਕੀ ਕੀਤਾ ਵੀ ਲਾਸਟ ਟਾਈਮ ਝੋਨਾ ਲਗਾਇਆ। ਝੋਨਾ ਲੈਣ ਤੋਂ ਪਹਿਲਾਂ ਮਹੀਨਾ ਕੁ ਖੱਤੇ ਆਪਣੇ 1.5 ਮਹੀਨਾ ਖੱਤੇ ਵਿਹਲੇ ਪਏ ਰਹਿੰਦੇ ਜੀ। ਉਸ ਟਾਈਮ ਅਸੀਂ ਕੀ ਜੰਤਰ ਬੀਜ ਲਿਆ ਸੀਗਾ ਉਹਦੇ ਵਿੱਚ, ਤੇ ਉਸੇ ਜੰਤਰ ਨੂੰ ਐਸੇ ਹਰੀ ਖਾਦ ਵਿੱਚ ਪਾਤਾ ਤੇ ਆਪਣਾ 1 ਕੱਟਾ ਯੂਰੀਆ ਦਾ ਵੀ ਬਚ। ਦੇਖੋ, ਜਿਹੜਾ ਤੁਸੀਂ 1.5 ਖੱਤਾ ਜਾਂ 1.5 ਏਕੜ ਤੁਸੀਂ ਸਰੋਂ ਦੇ ਹੇਠ ਲੈ ਕੇ ਆਏ ਹੋ, ਹਾਂਜੀ, ਉਹਨੂੰ ਬਿਲਕੁਲ ਆਪਣਾ ਕੀੜੇ ਮਾਰ ਜਾਣਾ ਤੋਂ ਰਹਿਤ ਕਰ ਰਹੇ ਹੋ। ਇਹ ਬਹੁਤ ਅੱਛੀ ਗੱਲ ਤੁਸੀਂ ਕੀਤੀ ਹੈ। ਜਿਹੜਾ ਸੁਰੰਗੀ ਕੀੜੇ ਤੋਂ ਵੀ ਤੁਸੀਂ ਦੱਸਿਆ ਖੱਟੀ ਲੱਸੀ ਕੀਤੀ ਹੈ, ਵੀ ਇੱਕ ਮੈਨੂੰ ਲੱਗਦਾ ਕਿਸਾਨ ਵੀਰੋ ਵਰਦਾਨ ਹੀ ਹੈ। ਆਪਾਂ ਇਹਨੂੰ ਕਰਕੇ ਕੀੜਿਆਂ ਦਾ ਕੰਟਰੋਲ ਕਰ ਸਕਦੇ ਹਾਂ। ਜੈਵਿਕ ਖੇਤੀ ਦੇ ਅੰਡਰ ਇਹ ਨੁਕਤਾ ਆਉਂਦਾ। ਸੋ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਸਾਨੂੰ ਇਹਨਾਂ ਨੇ ਦੱਸਿਆ ਆ ਕਿ ਜਿਹੜੀ ਕਣਕ ਦੀ ਫਸਲ ਹੈ ਉਹ ਵੀ ਇਹਨਾਂ ਨੇ ਜਾਂ ਉਸ ਖੇਤਾਂ ਦੇ ਵਿੱਚ ਹਰੀ ਖਾਦ ਵੀ ਵਰਤੀ ਆ। ਸੋ ਇਹ ਤਾਂ ਬੜੀ ਅੱਛੀ ਗੱਲ ਆ ਕਿ ਝੋਨੇ ਤੋਂ ਪਹਿਲਾਂ ਹਰੀ ਖਾਦ 2 ਮਹੀਨੇ ਖੇਤ ਖਾਲੀ ਰਹਿ ਜਾਂਦਾ ਹੈ। ਹਰੀ ਖਾਦ ਕਰਨੀ ਸਾਰਿਆਂ ਨੂੰ ਹੀ ਬਹੁਤ ਜ਼ਰੂਰੀ ਹੈ। ਕਿਸਾਨ ਵੀਰੋ, ਜੇ ਆਪਾਂ
ਮਿੱਟੀ ਦੀ ਸਿਹਤ ਨੂੰ ਬਣਾਈ ਰੱਖਣਾ, ਪੈਦਾਵਾਰ ਇਸੇ ਤਰ੍ਹਾਂ ਉਹਦੇ ਵਿੱਚੋਂ ਲੈਣੀ ਆ, ਤਾਂ ਲੋੜ ਹੈ ਸਾਨੂੰ ਇਹੋ ਜਿਹੀਆਂ ਹਰੀਆਂ ਖਾਦਾਂ ਖੇਤਾਂ ਦੇ ਵਿੱਚ ਲਾਉਣ ਦੀ। ਸਮਾਂ ਸਾਨੂੰ ਮਿਲ ਜਾਂਦਾ। ਸੋ ਇਹਨਾਂ ਨੇ ਕੀਤਾ, ਬਹੁਤ ਅੱਛਾ ਕੀਤਾ। ਸੋ ਮੈਂ ਤੁਹਾਡੇ ਕੋਲ ਆਊਂਗਾ ਸੁਖਦੀਪ ਜੀ, ਮੈਨੂੰ ਇਹ ਦੱਸੋ ਤੁਸੀਂ ਵੀ ਜਿਹੜੀ ਕਣਕ ਦੀ ਬਿਜਾਈ ਕੀਤੀ ਸੀ, ਹਾਂਜੀ ਹਾਂਜੀ, ਤੇ ਕੀ ਖੇਤ ਦੇ ਵਿੱਚ ਪਰਾਲੀ ਨੂੰ ਵਿੱਚੇ ਵਾਇਆ? ਥੋੜ੍ਹਾ ਜਿਹਾ ਉਹ ਵਿਸਥਾਰ ਨਾਲ ਦੱਸ ਦਿਓ। ਜਿਹੜੀ ਕਣਕ ਦੀ ਬਿਜਾਈ ਕੀਤੀ ਆਪਾਂ ਇਸ ਵਾਰ ਸੁਪਰ ਸੀਡਰ ਤਾਂ ਨਹੀਂ ਮਿਲ ਪਾਇਆ, ਰੂਟਾਵੇਟਰ ਦੇ ਵਿੱਚ ਆਪਾਂ ਕੀ ਜਿਹੜੀ ਪਰਾਲੀ ਸੀਗੀ SMS ਨਾਲ ਆਪਾਂ ਵਢਾਈ ਸੀਗੀ ਕਣਕ, ਸੌਰੀ ਝੋਨਾ, ਤੇ ਉਸੇ ਪਰਾਲੀ ਨੂੰ ਆਪਾਂ ਵਿੱਚੇ ਬਾਹਤਾ। ਤੇ ਥੋੜੀ ਜਿਹੀ ਪ੍ਰੋਬਲਮ ਆਪਾਂ ਨੂੰ ਆਈ ਸੀਗੀ ਗੁਲਾਬੀ ਸੁੰਡੀ ਦੀ, ਤੇ ਉਹਦਾ ਹੱਲ ਕੁਦਰਤ ਨੇ ਕਰਤਾ। ਜਦੋਂ ਅਸੀਂ ਪਾਣੀ ਲਾਇਆ ਤੇ ਮੁੜ ਕੇ ਆਪਣੇ ਬੰਗਲਿਆਂ ਨੇ ਤਾਂ ਕਾਵਾਂ ਨੇ ਚੁਗ ਲਈ, ਤੇ ਰੱਬ ਵੱਲੋਂ ਥੋੜੀ ਕਿਰਪਾ ਹੋ ਗਈ ਕਿ ਕੋਰਾ ਪੈਣ ਲੱਗ ਗਿਆ ਜੀ। ਤੇ ਮੇਰੇ ਹਿਸਾਬ ਨਾਲ ਇਹ ਫਿਲਹਾਲ ਅਜੇ ਕੋਈ ਛਿੜਕਾਅ ਕਰਨ ਦੀ ਲੋੜ ਪਈ ਨਹੀਂ ਗੀ, ਤੇ ਪਵੇ ਵੀ ਨਾ, ਤੇ ਇਸੇ ਤਰ੍ਹਾਂ ਜਿਹੜੀ ਆਪਣੀ ਕਣਕ ਆ ਸਾਰਿਆਂ ਦੀ ਦਰੁਸਤ ਰਵੇ। ਤੋ ਕਹਿਣ ਦਾ ਭਾਵ ਇਹ ਹੈ ਕਿ ਰੋਟਾਵੇਟਰ ਦੇ ਨਾਲ ਵੀ ਤਾਂ ਪਰਾਲੀ ਵਿੱਚ ਹੀ ਵਾਹੀਗੀ ਨਾ? ਹਾਂਜੀ, ਪਿਛਲੀ ਵਾਰ ਵੀ ਆਪਾਂ ਲਾਸਟ ਟਾਈਮ ਵੀ ਕਣਕ ਲਾਈ ਸੀ, ਉੱਦਾਂ ਵੀ ਰੋਟਾਵੇਟਰ ਨਾਲ ਹੀ ਬੀਜੀ ਸੀ। ਅੱਛਾ, ਹਾਂਜੀ। ਸੋ ਮੇਰੇ ਕਹਿਣ ਦਾ ਭਾਵ ਇਹੀ ਹੈ ਕਿਸਾਨ ਵੀਰੋ, ਦੇਖੋ ਜੇ ਸੁਖਦੀਪ ਸਿੰਘ ਰੋਟਾਵੇਟਰ ਨਾਲ ਵੀ ਪਰਾਲੀ ਨੂੰ ਵਿੱਚੇ ਵਾਹ ਸਕਦਾ ਤਾਂ ਆਪਾਂ ਕਿਉਂ ਨਹੀਂ? ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਗਰੂਕ ਹੋਈਏ, ਆਪਾਂ ਪਰਾਲੀ ਨੂੰ ਅੱਗ ਨਾ ਲਾਈਏ। ਸਭ ਤੋਂ ਸਿਆਣਾ ਕਿਸਾਨ ਉਹੀ ਹੈ ਜਿਹੜਾ ਪਰਾਲੀ ਨੂੰ ਅੱਗ ਨਹੀਂ ਲਾਉਂਦਾ। ਕਿਉਂ? ਕਿਉਂਕਿ ਇਹਦੇ ਨਾਲ ਸਾਡੀ ਜ਼ਮੀਨ ਦੇ ਵਿੱਚ ਜਿਹੜੇ ਜੀਵਾਣੂ ਤੱਤ ਪਏ ਨੇ ਜਾਂ ਜੀਵਾਣੂ ਜੀਵ ਪਏ ਨੇ ਜ਼ਮੀਨ ਦੇ ਵਿੱਚ, ਜਿਹੜੇ ਸਾਡੀ ਫਸਲ ਨੂੰ ਵਧੀਆ ਬਣਾਉਂਦੇ ਨੇ, ਉਹ ਸਾਰੇ ਸੜ ਕੇ ਸਵਾਹ ਹੋ ਜਾਂਦੇ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫਸਲ ਅਸੀਂ ਲਾਉਂਦੇ ਆ ਉਹਨੂੰ ਤੱਤਾਂ ਤੋਂ ਬਿਲਕੁਲ ਤੱਤ ਉਹਦੇ ਵਿੱਚ ਘਾਟ ਮਹਿਸੂਸ ਕਰਦੀ ਆ ਫਸਲ, ਜਿਹੜੇ ਤੱਤ ਸੜ ਗਏ। ਸੋ ਆਪਾਂ ਇੱਧਰ ਨੂੰ ਆਈਏ, ਜੈਵਿਕ ਮਾਦਾ ਜਿੰਨਾ ਵੀ ਹੋ ਸਕੇ ਜ਼ਮੀਨ ਦੇ ਵਿੱਚ ਵਾਹੀਏ, ਰੂੜੀ ਖਾਦ ਵੀ ਖੇਤ ਦੇ ਵਿੱਚ ਪਾਈਏ। ਸੋ ਸੁਖਦੀਪ ਜੀ, ਸਾਡੇ ਕਿਸਾਨ ਵੀਰਾਂ ਨੂੰ ਕੀ ਤੁਸੀਂ ਇਹਦੇ ਸੰਬੰਧੀ, ਜਿਵੇਂ ਤੁਸੀਂ ਪਰਾਲੀ ਵਿੱਚੇ ਵਾਹੀ ਹੈ, ਜਿਹੜੇ ਕਿਸਾਨ ਵੀਰ ਖੇਤ ਦੇ ਵਿੱਚ ਅੱਗ ਲਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਕਿਸਾਨ ਵੀਰੋ, ਵੀ ਜੇ ਆਪਾਂ ਪਰਾਲੀ ਨੂੰ ਵਿੱਚ ਵਾਹ ਦਿੰਦੇ ਹਾਂ ਤੇ ਉਹਦੀ ਇੱਕ ਐਜ਼ ਏ ਖਾਦ ਦੇ ਤੌਰ ਤੇ ਆਪਾਂ ਉਹਨੂੰ ਪਰਾਲੀ ਨੂੰ ਯੂਜ਼ ਕਰ ਸਕਦੇ। ਜਦੋਂ ਪਹਿਲਾ ਪਾਣੀ ਲੱਗਦਾ, ਸਿਰਫ ਪਹਿਲੇ ਪਾਣੀ ਤੱਕ ਹੀ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ ਆਪਣੀ ਕਣਕ ਚੰਗੀ ਤਰ੍ਹਾਂ ਜੰਮੀ ਨਹੀਂ। ਪਿਛਲੀ ਵਾਰ ਵੀ ਆਪਾਂ ਵਿੱਚੇ ਪਰਾਲੀ ਵਾਹਤੀ ਸੀ ਤੇ 25 ਕੁਇੰਟਲ ਆਪਣਾ ਕਣਕ ਦਾ ਝਾੜ ਨਿਕਲਿਆ ਸੀ, ਤੇ 20-30-86 ਬੀਜ ਬੀਜਿਆ ਸੀਗਾ। ਤੇ ਮੈਂ ਹੁਣ ਵੀ ਕਿਸਾਨ ਵੀਰਾਂ ਨੂੰ ਕਹਿਣਾ ਚਾਹੂੰਗਾ ਵੀ ਪਰਾਲੀ ਆਪਾਂ ਕਿਉਂ ਨਾ ਵਿੱਚੇ ਵਾਹ ਕੇ ਇਹਦਾ ਜਿਹੜਾ ਆਰਗੈਨਿਕ ਮੈਟਰ ਉਹਨੂੰ ਬਚਾ ਸਕੀਏ, ਤੇ ਆਪਣੇ ਖਾਦ ਦਾ ਅੱਧਾ ਘੱਟੋ ਘੱਟ ਬਚੇ ਜਾਂਦਾ ਹੈ। ਦੇਖੋ, ਪਰਾਲੀ ਵਿੱਚ ਵਾਹੁਣ ਨਾਲ ਨਾਈਟ੍ਰੋਜਨ ਖਾਦ ਖੁਦ ਉਹਦੇ ਵਿੱਚ ਪੈ ਜਾਂਦੀ ਆ। ਸਾਨੂੰ ਕੋਲੋਂ ਜਿਹੜੀ ਅਸੀਂ ਯੂਰੀਆ ਪਾਉਂਦੇ ਆ ਨਾ, ਉਹ ਸਾਨੂੰ ਅੱਧਾ ਬੋਰਾ ਘੱਟੋ ਘੱਟ ਬਚਾ ਲੈਣਾ ਚਾਹੀਦਾ, ਨਹੀਂ ਪਾਉਣਾ ਚਾਹੀਦਾ। ਜੇ 2 ਬੋਰੇ ਪਾਉਣ ਦੀ ਸਿਫਾਰਿਸ਼ ਹੈ ਨਾ ਸਾਨੂੰ, ਤਾਂ ਅਸੀਂ 1.5 ਬੋਰਾ ਪਾ ਕੇ ਵੀ ਸਾਰ ਸਕਦੇ ਹਾਂ, ਕਿਉਂਕਿ ਨਾਈਟ੍ਰੋਜਨ ਸਾਨੂੰ ਪਰਾਲੀ ਦੇ ਵਿੱਚੋਂ ਬਹੁਤ ਮਿਲ ਜਾਂਦੀ ਆ। ਕਿਸਾਨ ਵੀਰੋ ਦੇਖੋ, ਕੁਦਰਤੀ ਖਾਦ ਸਾਨੂੰ ਮਿਲ ਰਹੀ ਆ, ਇਸ ਲਈ ਸਾਨੂੰ ਕੋਲੋਂ ਪਾਉਣ ਦੀ ਲੋੜ ਨਹੀਂ ਹੈ। ਸੁਖਦੀਪ ਸਿੰਘ ਜੀ, ਗੱਲ ਕਰੀਏ ਆਪਾਂ ਵਾਤਾਵਰਨ ਨੂੰ ਬਚਾਉਣ ਦੀ, ਇਹਦੇ ਵਿੱਚ 3 ਚੀਜ਼ਾਂ ਆ ਜਾਂਦੀਆਂ ਨੇ, ਹਵਾ, ਪਾਣੀ ਤੇ ਮਿੱਟੀ। ਕਿਸਾਨ ਵੀਰ ਆਮ ਤੌਰ ਤੇ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਤੁਸੀਂ ਪੜ੍ਹੇ ਲਿਖੇ ਕਿਸਾਨ ਹੋ, ਕੀ ਸਾਡੇ ਕਿਸਾਨ ਵੀਰਾਂ ਨੂੰ ਸੇਧ ਦੇਣੀ ਚਾਹੋਗੇ ਕਿ ਜੇ ਅਸੀਂ ਇਹ ਤਿੰਨੋਂ ਚੀਜ਼ਾਂ ਨੂੰ ਸਮਾਂ ਰਹਿੰਦੇ ਨਾ ਬਚਾਇਆ, ਸਮਾਂ ਰਹਿੰਦੇ ਇਹਨਾਂ ਦੀ ਕੇਅਰ ਨਾ ਕੀਤੀ, ਤਾਂ ਸਾਨੂੰ ਪਛਤਾਉਣਾ ਤਾਂ ਪੈ ਹੀ ਸਕਦਾ? ਕੀ ਕਹਿਣਾ ਚਾਹੁੰਦੇ? ਕਿ ਆਪਣੇ ਜਿਹੜੇ ਕਿਸਾਨ ਆ, ਥੋੜ੍ਹੇ ਆਪਾਂ ਕਹਿ ਸਕੀਏ ਮੈਨੂੰ ਨੌਲੇਜ ਦੀ ਬਹੁਤ ਘਾਟ ਆ। ਕਿਉਂਕਿ ਜਿਹੜੇ ਆੜ੍ਹਤੀਏ ਜਾਂ ਹੋਰ ਦੁਕਾਨਦਾਰ ਆ, ਉਹ ਕਹਿ ਦਿੰਦੇ ਵੀ ਆ ਵੀ ਪਾ ਲਾ, ਆ ਵੀ ਪਾ ਲਾ, ਇਹਦੇ ਨਾਲ ਮਿਕਸ ਕਰਕੇ ਪਾ ਦੇ। ਯੂਨੀਵਰਸਿਟੀ ਨੇ ਪ੍ਰੈਕਟਿਸ ਬੁੱਕ ਬਣਾਈ ਹੋਈਆਂ, 60-70 ਰੁਪਏ ਦੀ ਕਿਤਾਬ ਆਉਂਦੀ ਹੈ, ਉਹਦੇ ਵਿੱਚ ਸਾਰਾ ਕੁਝ ਰਿਕਮੈਂਡੇਸ਼ਨਸ ਵੀ ਆ। ਆਪਣੇ ਬਲਾਕ ਅਫਸਰ ਬੈਠੇ ਨੇ, ਉਹਨਾਂ ਦੀ ਸਲਾਹ ਲੈਣੀ ਚਾਹੀਦੀ ਆ। ਹਾਲਾਂਕਿ ਜਿਹੜੇ ਆਪਾਂ ਜਦੋਂ ਪਿਛਲੀ ਵਾਰ ਆਪਾਂ ਖੇਤੀ ਸ਼ੁਰੂ ਕੀਤੀ ਆ, ਤੇ ਆਪਾਂ ਮਿੱਟੀ ਦੀ ਪਰਖ ਕਰਾਈ ਸੀਗੀ, ਤੇ ਅਸੀਂ, ਮੈਂ, ਮੇਰੇ ਪਿਤਾ ਜੀ, ਅਸੀਂ ਆਪ ਹੈਰਾਨ ਰਹਿ ਗਏ ਵੀ ਉੱਥੇ ਜਦੋਂ ਯੂਨੀਵਰਸਿਟੀ ਪੁੱਛਿਆ, ਤੇ ਉਹਨੇ ਕਿਹਾ ਵੀ ਜਿੰਨੀ ਨਾਈਟ੍ਰੋਜਨ ਤੁਹਾਡੇ ਬੂਟਿਆਂ ਨੂੰ ਚਾਹੀਦੀ ਆ, ਉਸ ਤੋਂ 3 ਗੁਣਾ ਵੱਧ ਮਿੱਟੀ ਦੇ ਵਿੱਚ ਆਲਰੇਡੀ ਹੈਗੀ ਆ। ਵੀ ਜਿਹਨੇ ਪਹਿਲਾਂ ਖੇਤੀ ਕੀਤੀ ਹੋਊਗੀ, ਵੀ ਇੰਨੀ ਆਪਣੀ ਖਾਦ ਪਾਈ ਹੈ। ਅੱਛਾ। ਤੇ ਮੈਂ ਕਿਸਾਨ ਵੀਰਾਂ ਨੂੰ ਇਹ ਵੀ ਕਹਿਣਾ ਚਾਹੂੰਗਾ ਵੀ ਆਪਾਂ ਨੂੰ ਮਿੱਟੀ ਦੀ ਪਰਖ ਕਰਾ ਲੈਣੀ ਚਾਹੀਦੀ ਆ, ਤਾਂ ਕਿ ਆਪਣਾ ਜਿਹੜਾ ਖਰਚਾ ਬਚ ਸਕੇ। ਸੁਖਦੀਪ ਸਿੰਘ ਉਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਵੀ ਸਾਡੀ ਜ਼ਮੀਨ ਦੇ ਵਿੱਚ ਕਿਹੜੇ ਤੱਤ ਜ਼ਿਆਦਾ ਨੇ ਤੇ ਕਿਹੜੇ ਘੱਟ ਨੇ। ਇਹਨਾਂ ਨੇ ਮਿੱਟੀ ਪਰਖ ਕਰਾਈ, ਖੇਤੀਬਾੜੀ ਯੂਨੀਵਰਸਿਟੀ ਤੋਂ ਕਰਾਈ। ਉਹਨਾਂ ਨੇ ਇਹਨਾਂ ਨੂੰ ਸਾਰਾ ਚਿੱਠਾ ਕੱਢ ਕੇ ਸਾਹਮਣੇ ਰੱਖਤਾ ਵੀ ਤੁਹਾਡੀ ਜ਼ਮੀਨ ਦੇ ਵਿੱਚ ਖਾਦ ਯੂਰੀਆ ਬਹੁਤ ਜ਼ਿਆਦਾ ਆ, ਇਸ ਲਈ ਤੁਹਾਨੂੰ ਕੋਲੋਂ ਪਾਉਣ ਦੀ ਲੋੜ ਨਹੀਂ ਹੈ। ਕਈ ਕਿਸਾਨ ਵੀਰ ਤਾਂ ਖੱਤਿਆਂ ਦੇ ਵਿੱਚ ਮੈਗਨੀਸ਼ੀਅਮ ਪਾਈ ਜਾਂਦੇ ਨੇ, ਹਾਲਾਂਕਿ ਉਹਦੀ ਆਪਣੇ ਏਰੀਆ 'ਚ ਲੋੜ ਨਹੀਂ ਹੈਗੀ। ਆਪਾਂ ਨੂੰ ਸਾਰਿਆਂ ਨੂੰ ਮਿੱਟੀ ਪਰਖ ਲੈਣੀ ਚਾਹੀਦੀ ਹੈ। ਤੇ ਦੂਸਰਾ ਸਵਾਲ ਤੁਸੀਂ ਕੀਤਾ ਸੀ, ਪਾਣੀ ਨੂੰ ਕਿੱਦਾਂ ਬਚਾਉਣਾ।
ਪਾਣੀ ਨੂੰ ਬਚਾਉਣ ਦਾ ਇੱਕ ਤਾਂ ਆਪਾਂ ਜਿਹੜਾ ਤਰੀਕਾ ਕੀਤਾ ਹੈ ਆਰਗੈਨਿਕ ਹੀ ਇੱਕ ਤਰ੍ਹਾਂ ਦਾ ਹੋ ਰਿਹਾ। ਦੂਸਰਾ ਕਣਕ ਝੋਨੇ ਨਾਲ ਵੀ ਆਪਾਂ ਪਾਣੀ ਨੂੰ ਬਚਾ ਸਕਦੇ ਹਾਂ। ਉਹ ਕਿੱਦਾਂ ਵੀ ਆਪਾਂ ਆਵਾਗੌਣ ਜਿਹੜੀ ਆਪਾਂ ਖਾਦ ਦਾ ਛੱਟਾ ਦੇ ਰਹੇ ਆ, ਇੱਕ ਤਰ੍ਹਾਂ ਦਾ ਲੀਚਿੰਗ ਦੇ ਨਾਲ ਹੀ ਉਹ ਸਾਰਾ ਕੀ ਆ, ਮਿੱਟੀ ਵੀ ਖਰਾਬ ਹੋਣੀ ਆ, ਥੱਲੇ ਦਾ ਜਿਹੜਾ ਪਾਣੀ ਉਹ ਵੀ ਖਰਾਬ ਹੋ ਜਾਣਾ। ਤੇ ਆਪਾਂ ਮੈਂ ਚਾਹੂੰਗਾ ਵੀ ਮੈਂ ਇੱਕ ਤਰ੍ਹਾਂ ਦੀ ਰਿਕੁਐਸਟ ਹੀ ਕਰਦਾ ਕਿਸਾਨ ਵੀਰਾਂ ਨੂੰ ਵੀ ਮਿੱਟੀ ਦੀ ਪਰਖ ਕਰਾਓ, ਉਸ ਹਿਸਾਬ ਦੇ ਨਾਲ ਜੋ ਜ਼ਮੀਨ ਨੂੰ ਲੋੜ ਆ ਉਸੇ ਤਰ੍ਹਾਂ ਆਪਾਂ ਇਹਦੀ ਆਪਾਂ, ਕਿਉਂਕਿ ਧਰਤੀ ਸਾਡੀ ਮਾਂ ਆ, ਇਹਦੀ ਪੂਜਾ ਕਰੂੰਗੇ ਤਾਂ ਇਹਨੇ ਆਪਣੀ ਫਸਲ ਨੇ ਵਧੀਆ ਹੀ ਹੋਣਾ। ਦੋਸਤੋ, ਸਾਡੀ ਜ਼ਮੀਨ ਸੋਨਾ ਉਗਲਦੀ ਹੈ, ਲੋੜ ਹੈ ਇਹਨੂੰ ਵੀ ਬਚਾਉਣ ਦੀ। ਇਸ ਵੇਲੇ ਜ਼ਮੀਨ ਦੀ ਨਿੱਘਰ ਦੀ ਹਾਲਤ ਆ ਜਿਹੜੀ ਉਹ ਬਹੁਤ ਤੇਜ਼ੀ ਨਾਲ ਨਿੱਘਰ ਰਹੀ ਹੈ। ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸੰਵਾਰਨ ਦੀ, ਇਹਨੂੰ ਸੁਧਾਰਨ ਦੀ, ਇਹਦੇ ਵੱਲ ਧਿਆਨ ਦੇਣ ਦੀ। ਭਾਵੇਂ ਅਸੀਂ ਕਣਕ ਝੋਨਾ ਹੀ ਖੇਤ ਦੇ ਵਿੱਚ ਲਾਉਣਾ, ਇਹ ਫਸਲੀ ਚੱਕਰ ਹੈ ਨਾ ਜਿਹੜਾ, ਇਹ ਸਗੋਂ ਜ਼ਿਆਦਾ ਸਾਡੇ ਕੁਦਰਤੀ ਸਰੋਤਾਂ ਨੂੰ ਖਰਾਬ ਕਰ ਰਿਹਾ। ਸੋ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਚਾਉਣਾ। ਸੋ ਤੁਸੀਂ ਪਾਣੀ ਦੀ ਵੀ ਦੱਸਿਆ ਜੀ, ਮਿੱਟੀ ਦਾ ਵੀ ਦੱਸਿਆ, ਤੇ ਥੋੜ੍ਹਾ ਜਿਹਾ ਹਵਾ ਦਾ ਵੀ ਸਾਨੂੰ ਦੱਸੋ ਕਿ ਕਿਸਾਨ ਵੀਰਾਂ ਨੂੰ ਅਸੀਂ ਬਹੁਤ ਕਹਿੰਦੇ ਆ ਵੀ ਜਿਹੜੀ ਆ ਗੰਨ ਵਾਲੀ ਨੋਜ਼ਲ ਹੈ ਇਹਨੂੰ ਨਾ ਪੰਪ ਦੇ ਮੂਹਰੇ ਲਾਓ। ਬਿਲਕੁਲ ਮਹਿਕਮਾ ਕਹਿ ਕੇ ਥੱਕ ਜਾਂਦਾ, ਪਰ ਉਹ ਨਦੀਨਨਾਸ਼ਕ ਵੀ ਇਹਦੇ ਨਾਲ ਹੀ ਛਿੜਕਾ ਕਰੀ ਜਾਂਦੇ ਆ। ਥੋੜ੍ਹਾ ਜਿਹਾ ਕੀ ਕਹਿਣਾ, ਤੁਸੀਂ ਪੜ੍ਹੇ ਲਿਖੇ ਕਿਸਾਨ ਹੋ, ਯੂਨੀਵਰਸਿਟੀ 'ਚੋਂ ਤੁਸੀਂ ਡਿਗਰੀ ਕੀਤੀ ਹੈ, ਕਿ ਜਿਹੜੀਆਂ ਸਪਰੇਅ ਕਰਨ ਦੀ ਟੈਕਨੀਕ ਨੂੰ ਚੰਗੀ ਤਰ੍ਹਾਂ ਅਪਣਾਉਣ। ਕਿਸਾਨ ਵੀਰੋ, ਗੱਲ ਇੱਦਾਂ ਵੀ ਜਿਹੜੀ ਆਪਣੀ ਗੰਨ ਵਾਲੀ ਨੋਜ਼ਲ ਆ, ਐਕਚੁਅਲ ਦੇ ਵਿੱਚ ਇਹ ਕਿਹਦੇ ਲਈ ਸੀਗੀ, ਜਿਹੜੀ ਬਾਗ ਆ, ਬਾਗ ਦੇ ਉੱਪਰ ਆਪਾਂ ਪ੍ਰੈਸ਼ਰ ਪਾਉਂਦੇ ਆ, ਹਾਂ ਦੂਰੋਂ, ਉਹ ਥੱਲਿਓਂ ਖੜ ਕੇ ਹੱਥ ਵਾਲੇ ਪੰਪ ਨਾਲ ਤਾਂ ਹੁੰਦੀ ਨਹੀਂ ਸਪਰੇਅ। ਤੇ ਕਿਸਾਨ ਵੀਰਾਂ ਨੇ ਆਪਣੇ ਨੇ ਕੀਤਾ ਵੀ ਹਾਂ ਵੀ 10 ਮਿੰਟ ਲੱਗਣੇ ਆ, ਵੀ ਫਟਾਫਟ ਸਪਰੇਅ ਕਰਕੇ ਪੱਧਰ ਹੋਈ ਕਰੀਏ। ਹਾਂ, ਤੇ ਜਿਹੜਾ ਗੁੱਲੀ ਡੰਡੇ ਦੀ ਗੱਲ ਆ, ਕਈ ਕਿਸਾਨ ਵੀਰਾਂ, ਹੁਣ ਮੇਰੇ ਯਾਰ ਦੋਸਤ ਉਹ ਵੀ ਪੁੱਛਦੇ ਵੀ ਇਹਦਾ ਹੱਲ ਨਹੀਂ ਹੋ ਰਿਹਾ। ਹੱਲ ਕਿਉਂ ਨਹੀਂ ਹੋ ਰਿਹਾ? ਕਿਉਂਕਿ ਉਹ ਅੱਧੀ ਤਾਂ ਹਵਾ ਵਿੱਚ ਹੀ ਉੜ ਜਾਂਦੀ ਆ। ਜੀ ਹਵਾ ਵਿੱਚ ਉੜ ਗਈ, ਅੱਧਾ ਪ੍ਰਦੂਸ਼ਣ ਹਵਾ ਦਾ ਹੋ ਗਿਆ। ਤੇ ਜਿਹੜੀ ਚੀਜ਼ ਦੀ ਲੋੜ ਆ ਉਹ ਜ਼ਮੀਨ ਨੂੰ ਤਾਂ ਲੱਗੀ ਨਹੀਂ। ਇਸੇ ਕਰਕੇ ਕਿਸਾਨ ਵੀਰੋ, ਗੁੱਲੀ ਡੰਡੇ ਵਾਸਤੇ ਕੱਟ ਵਾਲੀ ਨੋਜ਼ਲ ਦੀ ਵਰਤੋਂ ਕਰੋ, ਤਾਂ ਕਿ ਜਿਹੜਾ ਪੂਰਾ ਛਿੜਕਾਅ ਆ ਕੱਲੇ ਕੱਲੇ ਬੂਟੇ ਤੇ ਹੋਵੇ ਤੇ ਸਿੱਧੇ ਤੁਰੀ ਜਾਣਾ ਆਪਾਂ ਬਿਲਕੁਲ, ਤੇ ਆਪਣੇ ਆਪ ਜਿਹੜਾ ਗੁੱਲੀ ਡੰਡਾ ਆ ਆਪਣੇ ਖੇਤਾਂ ਵਿੱਚੋਂ ਅਲਵਿਦਾ ਕਹਿ ਜਾਊਗਾ। ਅੱਧੀ ਤੋਂ ਵੱਧ ਛਿੜਕਾਅ ਜਿਹੜਾ ਸਾਡਾ ਹਵਾ 'ਚ ਉੱਡ ਜਾਂਦਾ, ਜਿਹੜਾ ਕਿ ਉਹਨੂੰ ਪ੍ਰਦੂਸ਼ਿਤ ਕਰਦਾ। ਲੋੜ ਹੈ ਇਹਨੂੰ ਸਾਂਭਣ ਦੀ, ਤਾਂ ਕਿ ਸਾਰੀ ਦੀ ਸਾਰੀ ਦਵਾਈ ਜ਼ਮੀਨ ਦੇ ਉੱਤੇ ਪਵੇ, ਨਦੀਨਾਂ ਦੇ ਉੱਤੇ ਪੈਣ, ਉਹ ਮਰਨ, ਤੇ ਆਪਾਂ ਨੂੰ ਜਿਹੜੀ ਦਵਾਈ ਮਹਿੰਗੇ ਭਾਅ ਦੀ ਲੈ ਕੇ ਅਜਾਈਂ ਗਵਾਉਣੀ ਪੈਂਦੀ ਆ ਉਹ ਨਾ ਗਵਾਈ ਜਾਵੇ। ਸੋ ਕਿਸਾਨ ਵੀਰੋ, ਇਹਨਾਂ ਨੂੰ ਅਸੀਂ ਗੁਰੇਜ਼ ਕਰੀਏ ਗੰਨ ਵਾਲੀ ਨੋਜ਼ਲ ਵਰਤੋਂ। ਇੱਕ ਡਾਕਟਰ ਸਾਹਿਬ, ਇੱਕ ਆਪਣੇ ਵੱਲੋਂ ਵੀ ਸਲਾਹ ਦੇਣੀ ਚਾਹੁੰਦਾ ਕਿਸਾਨਾਂ ਨੂੰ ਕਿ ਜਿਹੜੇ ਵੀ ਹੁਣ ਪਹਿਲਾਂ ਪਾਣੀ ਆਪਾਂ ਲਾਤਾ, ਪਹਿਲੀ ਸਿੰਚਾਈ ਕਰਤੀ, ਉਸ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਕਣਕ ਆ ਆਪਣੀ ਪੀਲੀ ਪੈ ਜਾਂਦੀ ਆ, ਤੇ ਮੋਸਟਲੀ ਆਪਾਂ ਪੜ੍ਹਿਆ ਵੀ ਆ ਵੀ ਉਹਦੇ ਵਿੱਚ ਮੇਨ ਘਾਟ ਆਉਂਦੀ ਮੈਂਗਨੀਜ਼ ਦੀ। ਤੇ ਕਿਸਾਨ ਵੀਰ ਕੀ ਕਰਦੇ, ਉਹਦੇ ਉੱਪਰ ਦੁਬਾਰਾ ਫੇਰ ਯੂਰੀਆ ਚਾੜ ਦਿੰਦੇ ਆ, ਜਾਂ ਫਿਰ ਦੁਕਾਨ ਤੋਂ ਲੈ ਕੇ ਜਿਹੜੀ ਮੈਂਗਨੀਜ਼ ਆ 5 ਕਿਲੋ ਉਹਦੇ ਵਿੱਚ ਪਾ ਕੇ ਛਿੜਕਾਅ ਕਰ ਦਿੰਦੇ ਆ। ਤੇ ਉਹਦਾ ਸਭ ਤੋਂ ਵਧੀਆ ਹੱਲ ਆ ਵੀ ਆਪਾਂ ਜਿਹੜੀ 1 ਕਿਲੋ ਦੇ ਨੇੜੇ ਜਿਹੜੇ ਮੈਂਗਨੀਜ਼ ਲੈ ਕੇ ਨਾਲ ਕਿਲੋ ਯੂਰੀਆ ਲੈ ਕੇ ਉਹਦੇ ਸਪਰੇਅ ਕਰ ਦਈਏ, ਤਾਂ ਆਪਣੀ ਜਿਹੜੀ ਕਣਕ ਆ ਬਿਲਕੁਲ ਹਰੀ ਭਰੀ ਹੋ ਜਾਊਗੀ। ਜੇ ਮੈਂਗਨੀਜ਼ ਦੀ ਘਾਟ ਹੈ ਤਾਂ ਮੈਂਗਨੀਜ਼ ਕਰਨਾ, ਜੇ ਯੂਰੀਏ ਦੀ ਘਾਟ ਹੈ ਤਾਂ ਅਸੀਂ ਯੂਰੀਆ ਹੀ ਪਾਉਣਾ, ਤੇ ਜੇ ਸਲਫਰ ਦੀ ਘਾਟ ਅਸੀਂ ਸਲਫਰ ਪਾਉਣੀ ਆ। ਇਹ ਨਹੀਂ ਕਰਨਾ ਵੀ ਅਸੀਂ ਪੀਲੀ ਪੈ ਗਈ ਤਾਂ ਯੂਰੀਆ ਹੀ ਉਹਦਾ ਇਲਾਜ ਆ, ਨਾ, ਕਦੇ ਨਾ ਇਦਾਂ ਕਰਿਓ ਕਿਸਾਨ ਵੀਰੋ। ਬੂਟੇ ਲੈ ਕੇ ਆਪਣੇ ਮਾਹਰ ਨੂੰ ਕਿਸੇ ਨੂੰ ਦਿਖਾ ਦਿਓ, ਤਾਂ ਕਿ ਮਾਹਰ ਆ ਜਿਹੜਾ ਉਹਨੂੰ ਪਰਖ ਕੇ ਤੁਹਾਨੂੰ ਦੱਸ ਦੇਵੇ ਵੀ ਕਿਹੜੇ ਤੱਤ ਦੀ ਇਹਦੇ ਵਿੱਚ ਘਾਟ ਹੈ, ਤੇ ਤੁਸੀਂ ਉਸ ਘਾਟ ਨੂੰ ਦੂਰ ਸਿਰਫ ਥੋੜ੍ਹੇ ਜਿਹੇ ਪੈਸੇ ਲਾ ਕੇ 1 ਕਿਲੋ ਜ਼ਿੰਕ ਜਾਂ 1 ਕਿਲੋ ਮੈਂਗਨੀਜ਼ ਜਾਂ 1 ਕਿਲੋ ਲੋਹੇ ਦੇ ਨਾਲ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਪੂਰਤੀ ਕਰ ਸਕਦੇ ਹਾਂ। ਜਿੱਦਾਂ ਸੁਖਦੀਪ ਸਿੰਘ ਨੇ ਕਿਹਾ ਕਿ ਮੈਂਗਨੀਜ਼ ਦੀ ਘਾਟ ਨੂੰ ਅਸੀਂ 1 ਕਿਲੋ ਮੈਂਗਨੀਜ਼ ਸਲਫੇਟ ਹੀ ਖੇਤ ਦੇ ਵਿੱਚ ਛਿੜਕਾ ਕਰਕੇ ਘਾਟ ਨੂੰ ਪੂਰਾ ਕਰ ਸਕਦੇ ਹਾਂ। ਸੋ ਅੱਛੀ ਗੱਲ ਹੈ, ਇਹਨਾਂ ਚੀਜ਼ਾਂ ਦੇ ਨਾਲ ਵੀ ਸਾਡਾ ਜਿਹੜਾ ਵਾਤਾਵਰਨ ਉਹ ਪ੍ਰਦੂਸ਼ਿਤ ਹੋ ਰਿਹਾ। ਸੋ ਸੁਖਦੀਪ ਸਿੰਘ ਜੀ, ਭਵਿੱਖ ਦੀਆਂ ਕੀ ਯੋਜਨਾਵਾਂ ਨੇ, ਕੀ ਚਾਹੁੰਦੇ ਹੋ ਵੀ ਇਹ 11 ਏਕੜਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਲਾਉਣਾ ਚਾਹੁੰਦੇ ਹੋ? ਡਾਕਟਰ ਸਾਹਿਬ, ਪਲੈਨਿੰਗ ਤਾਂ ਬਹੁਤ ਆ ਵੀ, ਜਿੱਦਾਂ ਯੂਨੀਵਰਸਿਟੀ ਜਾਂਦੇ ਵੀ ਰਹੀਦਾ, ਆਪਣੇ ਮਿੱਤਰ ਸੱਜਣ ਵੀ ਆ, ਤੇ ਨੈਕਸਟ ਟਾਈਮ ਆਪਾਂ ਸੋਚ ਰਹੇ ਹਾਂ ਵੀ ਥੋੜਾ ਜਿਹੜਾ ਰਕਬਾ ਆ ਉਹਨੂੰ ਆਪਾਂ, ਮੈਂ ਸੋਚ ਰਿਹਾ ਖੁੰਭਾਂ ਦੀ ਕਾਸ਼ਤ ਦੇ ਵਿੱਚ ਲੈ ਕੇ ਆਵਾਂ। ਗੁੱਡ, ਠੀਕ ਹੈ। ਤੇ ਖੁੰਭਾਂ ਦੀ ਡਿਮਾਂਡ ਵੀ ਜ਼ਿਆਦਾ ਆ ਤੇ ਕਿਸਾਨ ਵੀਰਾਂ ਨੂੰ ਇਹਦਾ ਫਾਇਦਾ ਵੀ ਹੋ ਸਕਦਾ। ਤੇ ਹੁਣ ਮੈਂ ਕਣਕ ਤੋਂ ਬਾਅਦ ਪਲੈਨਿੰਗ ਕੀਤੀ ਆ, ਤੁਹਾਡੇ ਨਾਲ ਵੀ ਉਦੋਂ ਮੈਂ ਸਲਾਹ ਕਰ ਰਿਹਾ ਸੀ ਵੀ ਕਣਕ ਨੂੰ ਵੱਢ ਕੇ ਆਪਾਂ ਕੀ ਆ, ਜਿਹੜੀ ਮੂੰਗੀ ਦੀ ਫਸਲ ਬੀਜ ਲਈ ਜਾਵੇ, 60 ਮੂੰਗੀ, ਤੇ ਉਸ ਤੋਂ ਬਾਅਦ ਆਪਾਂ ਝੋਨਾ ਟਰਾਂਸਪਲਾਂਟ ਕਰ ਦਾਂਗੇ ਜੀ। ਤੇ ਘੱਟੋ ਘੱਟ ਨਹੀਂ 25 ਜਾਂ 30 ਹਜ਼ਾਰ ਦੀ ਮੂੰਗੀ ਉਹਦੇ ਵਿੱਚੋਂ ਆਪਾਂ ਲੈ ਸਕਦੇ ਹਾਂ। ਕੋਈ ਤੁਸੀਂ ਆਉਣਾ ਚਾਹੁੰਦੇ ਹੋ ਸਹਾਇਕ ਧੰਦਿਆਂ ਵੱਲ, ਜਿਹਦੇ ਵਿੱਚ ਖੁੰਭਾਂ ਨੂੰ ਤੁਸੀਂ ਪਹਿਲ ਦੇ ਰਹੇ ਹੋ? ਹਾਂਜੀ। ਸੋ ਇਹਦੀ ਟ੍ਰੇਨਿੰਗ ਲਈ ਆ ਫਿਰ ਕਿ ਜਾਂ ਲੈਣੀ ਆ? ਇਹ ਟ੍ਰੇਨਿੰਗ ਡਾਕਟਰ ਸਾਹਿਬ ਲੈਣੀ ਹੈ ਯੂਨੀਵਰਸਿਟੀ ਤੋਂ। ਅੱਛਾ। ਸੋ ਠੀਕ ਆ, ਵਧੀਆ ਗੱਲ ਆ, ਤੁਸੀਂ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰਿਓ, ਕਿਉਂਕਿ ਇਹ ਕੰਮ ਨਾ ਥੋੜਾ ਜਿਹਾ ਟੇਢਾ ਜਿਹਾ ਆ, ਤੇ ਇੱਕ ਇਹਦੀ ਮਾਰਕੀਟਿੰਗ ਪਹਿਲਾਂ ਲੱਭ ਕੇ ਸ਼ੁਰੂ ਕਰਨਾ ਕੰਮ, ਇਹ ਨਹੀਂ ਤਾਂ ਕਿਤੇ ਕੰਮ ਖਰਾਬ ਹੋ ਜਾਂਦਾ ਆ।
ਸੋ ਆਪਾਂ ਜੇ ਗੱਲ ਕਰੀਏ ਕਿਸਾਨ ਵੀਰਾਂ ਨੂੰ ਸੁਝਾਅ ਦੇਣ ਦੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਣਕ ਤੇ ਝੋਨੇ ਦਾ ਫਸਲੀ ਚੱਕਰ ਹੀ ਅਪਣਾਈ ਜਾਂਦੇ ਆ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਯੂਨੀਵਰਸਿਟੀ ਨਾਲ ਰਾਬਤਾ ਰੱਖਦੇ ਹੋ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਯੂਨੀਵਰਸਿਟੀ ਦੇ ਨਾਲ ਜੁੜਨਾ ਚਾਹੀਦਾ ਉਹਨਾਂ ਨੂੰ? ਬਿਲਕੁਲ ਮੈਂ ਡਾਕਟਰ ਸਾਹਿਬ ਹਮੇਸ਼ਾ ਹੀ ਯੂਨੀਵਰਸਿਟੀ ਦੇ ਮਾਹਰਾਂ ਦੀ ਸਲਾਹ ਲੈ ਕੇ ਹੀ ਕੰਮ ਕਰ ਰਿਹਾ। ਆ ਜਿਹੜੀ ਆਪਾਂ ਸਰੋਂ ਵੀ ਲਾਈ ਆ, ਮੈਂ ਜਿਹੜਾ ਬੀਜ ਆ ਯੂਨੀਵਰਸਿਟੀ ਤੋਂ ਹੀ ਲਿਆ। ਤੇ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਤੋਂ ਬੀਜ ਲਿਆ। ਇਸ ਵਾਰ ਤਾਂ ਆਪਾਂ ਕਿਸਾਨ ਵੀਰੋ ਹਮੇਸ਼ਾ ਹੀ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਤੇ ਬਲਾਕ ਦਫ਼ਤਰ ਨਾਲ ਸੰਪਰਕ ਰੱਖਣਾ ਚਾਹੀਦਾ। ਇਸ ਵਾਰ ਤੋਂ ਨਹੀਂ, ਜਿਹੜਾ ਸਰੋਂ ਦਾ ਬੀਜ ਜਿਹੜੀ ਤੁਸੀਂ ਪਿੱਛੇ ਦੇਖ ਰਹੇ ਸਰੋਂ ਬੀਜੀ, ਇਹ ਬੀਜ ਵੀ ਫ੍ਰੀ ਵੰਡਿਆ ਯੂਨੀਵਰਸਿਟੀ ਨੇ। ਅੱਛਾ ਜੀ। ਤੇ ਬਾਹਰੋਂ ਮੈਂ ਪਤਾ ਕੀਤਾ 1600-1700 ਰੁਪਏ ਕਿਲੋ ਬੀਜ ਮਿਲ ਰਿਹਾ ਸੀਗਾ। ਤੇ ਮੈਂ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਯੂਨੀਵਰਸਿਟੀ ਨਾਲ ਰਾਬਤਾ ਰੱਖੋ। ਜੋ ਰਿਕਮੈਂਡੇਸ਼ਨਸ ਆਉਂਦੀਆਂ ਆ ਉਹ ਆਪਾਂ ਅਪਲਾਈ ਕਰਦੇ ਰਹਿਣਾ ਚਾਹੀਦਾ। ਯੂਨੀਵਰਸਿਟੀ ਦੀ ਐਪ ਵੀ ਹੈ PAU ਕਿਸਾਨ ਐਪ, ਉਹ ਬਹੁਤ ਹੀ ਬੈਨੀਫੀਸ਼ੀਅਲ ਆਪਣੇ ਲਈ। ਆਪਾਂ ਉਹਨਾਂ ਦੀ ਆਪਾਂ ਗਾਈਡੈਂਸ ਲੈ ਕੇ ਆਪਾਂ ਜਿਹੜਾ ਖਰਚਾ ਵਾਧੂ ਖਰਚਾ ਉਹ ਤੋਂ ਆਪਾਂ ਬਚਾਅ ਕਰ ਸਕਦੇ ਹਾਂ। ਸੋ ਸਾਨੂੰ ਸਾਰਿਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਬਲਾਕ ਖੇਤੀਬਾੜੀ ਦਫ਼ਤਰ ਤੇ PAU ਦੇ ਨਾਲ ਜੁੜਨਾ ਚਾਹੀਦਾ ਤਾਂ ਕਿ ਉਹਨਾਂ ਦੀਆਂ ਤਕਨੀਕਾਂ ਨੂੰ ਅਸੀਂ ਆਪਣੇ ਖੇਤਾਂ ਦੇ ਵਿੱਚ ਵਰਤ ਕੇ ਵਧੀਆ ਝਾੜ ਲਈਏ, ਵਧੇਰੇ ਆਮਦਨ ਕੱਢੀਏ। ਸੁਖਦੀਪ ਸਿੰਘ ਜੀ, ਘੱਟ ਜ਼ਮੀਨੇ ਕਿਸਾਨ ਵੀਰ ਜਿਨ੍ਹਾਂ ਦੇ ਕੋਲ 2-2.5 ਏਕੜ ਨੇ, ਯੂਨੀਵਰਸਿਟੀ ਨੇ ਇੱਕ ਮਾਡਲ ਬਣਾਇਆ ਖੇਤੀ ਦਾ ਜਿਹਦੇ ਵਿੱਚ ਇੱਕ ਸਹਾਇਕ ਧੰਦਾ ਵੀ ਆ, ਇੱਕ ਕਿਉਂ 2-3 ਸਹਾਇਕ ਧੰਦੇ ਵੀ ਉਹਨਾਂ ਨੇ ਰੱਖੇ। 2.5 ਏਕੜਾਂ ਦਾ ਮਾਡਲ ਦਿੱਤਾ, ਤੁਸੀਂ ਦੇਖਿਆ ਉਹ, ਤੇ ਉਹਦੇ ਵਿੱਚ ਉਹਨੂੰ ਵਰਤਣ ਲਈ ਕਿਸਾਨ ਵੀਰਾਂ ਨੂੰ ਕੀ ਪ੍ਰੇਰਿਤ ਕਰੋਗੇ? ਫੀਲਡ ਵਿਜ਼ਿਟ ਤੇ ਵੀ ਦੇਖੇ ਜਿਹੜੇ IFS ਮਾਡਲਸ ਨੇ ਜੀ, ਇੰਟੀਗ੍ਰੇਟਡ ਫਾਰਮਿੰਗ ਸਿਸਟਮ। ਹਾਂ, ਉਹਦੇ ਵਿੱਚ ਕੀ ਆ ਵੀ ਹਰੇਕ ਤਰ੍ਹਾਂ ਦਾ ਜਿਹੜਾ ਧੰਦਾ ਉਹਨੂੰ ਟੱਚ ਕੀਤਾ ਗਿਆ। ਹਾਂ, ਠੀਕ ਹੈ, ਵਿੱਚ ਮੱਛੀ ਪਾਲਣ ਹੋ ਗਿਆ ਥੋੜਾ ਜਿਹਾ, ਠੀਕ ਹੈ ਜੀ, ਪੌਂਡ ਬਣਾ ਕੇ ਮੱਛੀ ਪਾਲਣ। ਉਸੇ ਪੌਂਡ ਦੇ ਪਾਣੀ ਤੋਂ ਆਪਾਂ ਸਪ੍ਰਿੰਕਲਰ ਸਿਸਟਮ ਨਾਲ ਕਣਕ ਦੀ ਖੇਤੀ ਕਰ ਸਕਦੇ ਹਾਂ। ਫੁਆਰਿਆਂ ਨਾਲ ਝਾੜ ਜ਼ਿਆਦਾ ਆਉਂਦਾ। ਹਾਂ, ਇਹ ਵੀ ਆਪਾਂ ਪਿਛਲੀ ਵਾਰ ਟ੍ਰਾਇਲ ਦੇਖਿਆ, ਜਿਹੜੇ ਆਪਣੇ 4 ਖੇਤ ਆ ਉਹਨੇ ਸਪ੍ਰਿੰਕਲਰ ਸਿਸਟਮ ਲੱਗਾ ਡਾਕਟਰ ਸਾਹਿਬ। ਅੱਛਾ। ਤੇ ਉਹ ਫੁਆਰਿਆਂ ਵਾਲੀ ਖੇਤੀ ਦਾ ਜਿਹੜਾ ਝਾੜ ਉਹ ਵੱਖਰਾ ਹੀ ਆ, ਗੱਲਬਾਤ ਹੀ ਵੱਖਰੀ, ਉਹ ਸਿਰ 'ਚ ਪਾਣੀ ਪੈਂਦਾ। ਹਾਂ, ਤੇ ਵਿੱਚ ਯੂਨੀਵਰਸਿਟੀ ਨੇ ਰਿਕਮੈਂਡ ਕੀਤਾ ਵੀ ਥੋੜੇ ਜਿਹਾ ਆਪਾਂ ਕੀ ਆ ਮੁਰਗੀ ਪਾਲਣ ਦਾ ਵੀ ਹੋ ਸਕਦਾ ਉਹਦੇ ਵਿੱਚ। ਇਸੇ ਤਰ੍ਹਾਂ ਜਿਹੜੇ ਇੰਟੀਗ੍ਰੇਟਡ ਫਾਰਮਿੰਗ ਸਿਸਟਮ ਆ, ਤੇ ਭਾਰਤ ਸਰਕਾਰ ਉਹਨਾਂ ਕਿਸਾਨਾਂ ਨੂੰ, ਜਿਹੜੇ ਕਿਸਾਨ ਛੋਟੇ ਕਿਸਾਨ ਆ, ਉਹਨਾਂ ਨੂੰ ਵੱਖਰੇ ਤੌਰ ਤੇ ਸਨਮਾਨਿਤ ਵੀ ਕਰਦੀ ਹੈ। ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਦਰਮਿਆਨੇ ਕਿਸਾਨ, ਛੋਟੇ ਕਿਸਾਨ ਆ, IFS ਮਾਡਲ ਨੂੰ ਅਪਣਾ ਕੇ ਹਰੇਕ ਤਰ੍ਹਾਂ ਦਾ ਉਹਦੇ ਵਿੱਚ ਧੰਦਾ, ਖੇਤੀ ਧੰਦਾ ਅਪਣਾ ਕੇ ਯੂਨੀਵਰਸਿਟੀ ਦੀ ਸਹਾਇਤਾ ਲੈ ਕੇ ਸਫਲ ਕਿਸਾਨ ਦੇ ਬਰਾਬਰ ਆਪਣੀ ਕਮਾਈ ਕਰ ਸਕਦੇ ਨੇ। ਸੁਖਦੀਪ ਸਿੰਘ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਆਪਣੀ ਖੇਤੀ ਬਾਰੇ ਤੇ ਸਾਡੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਸੁਝਾਅ ਖੇਤੀ ਸੰਬੰਧੀ ਦਿੱਤੇ ਆ। ਮੈਂ ਉਮੀਦ ਕਰਦਾ ਸਾਡੇ ਕਿਸਾਨ ਵੀਰ, ਪੜ੍ਹੇ ਲਿਖੇ ਨੌਜਵਾਨ ਜਿਹੜੇ ਪਿੰਡਾਂ ਦੇ ਵਿੱਚ ਨੇ, ਉਹ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜ ਕੇ, ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜ ਕੇ ਜਾਂ ਬਲਾਕ ਖੇਤੀਬਾੜੀ ਦਫ਼ਤਰਾਂ ਦੇ ਨਾਲ ਜੁੜ ਕੇ ਵਧੀਆ ਖੇਤੀ ਕਰਨਗੇ, ਤਕਨੀਕੀ ਖੇਤੀ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ। ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਡਾਕਟਰ ਸਾਹਿਬ। भारत सरकार का हर प्रयास किसानों की प्रगति को दे रहा एक नया विश्वास। देश के किसानों के प्रति समर्पित भारत सरकार विशेषकर पूर्वोत्तर राज्यों और अंडमान निकोबार के कृषि क्षेत्र के विकास के लिए नए प्रगतिशील कदम उठा रही है, जिससे वहां के किसान तेजी से तरक्की कर रहे हैं। कृषि क्षेत्र के विकास को अनवरत जारी रखते हुए माननीय प्रधानमंत्री श्री नरेंद्र मोदी जी के नेतृत्व में भारत सरकार ने एक दूरदर्शी निर्णय लेते हुए देश में राष्ट्रीय खाद्य तेल मिशन ऑयल पाम की शुरुआत की है, जिससे पूर्वोत्तर राज्यों और अंडमान निकोबार के किसानों को विशेष लाभ मिलेगा। पूंजी निवेश में वृद्धि होगी, खाद्य तेल आयात पर निर्भरता कम होगी और रोजगार के अवसरों का सृजन होगा। खाने के तेल में आत्मनिर्भरता के लिए अब राष्ट्रीय खाद्य तेल मिशन ऑयल पाम का संकल्प लिया गया है। नॉर्थ ईस्ट और अंडमान निकोबार द्वीप समूह ये वो क्षेत्र हैं जहां आसानी से पाम की खेती हो सकती है, पाम ऑयल का उत्पादन हो सकता है। इस मिशन के अंतर्गत ऑयल पाम का रकबा और पैदावार बढ़ाने पर जोर देने के लिए सरकार ने 11,000 करोड़ रुपए से अधिक की सहायता राशि निर्धारित की है। मिशन के तहत सरकार ने ऑयल पाम की खेती के लिए रोपण आदि की सहायता में बढ़ोतरी करते हुए पहले मिलने वाले 12,000 रुपए प्रति हेक्टेयर को बढ़ाकर 29,000 रुपए प्रति हेक्टेयर तक कर दिया है। पौधारोपण सामग्री की कमी दूर करने के लिए बीजों की पैदावार करने वाले बागों को भी सहायता दी जाएगी।
जिसके तहत प्रति 15 हेक्टेयर क्षेत्रफल के ऑयल पाम उद्यान के लिए 1 करोड़ और नर्सरी विकास के लिए 50 लाख रुपए का प्रावधान है। 30 वर्ष की आयु के पुराने बगीचों के पुनरुद्धार के लिए 250 रुपए प्रति पौधा का एक मुश्त अनुदान दिया जाएगा। पूर्वोत्तर और अंडमान को विशेष सहायता के तहत उनकी क्षेत्र संरचना, जलवायु एवं अन्य परिस्थितियों के अनुसार विभिन्न मदों में, जैसे हाफ मून टेरेस में 4000 रुपए प्रति हेक्टेयर, बाड़ या बायो फेंसिंग तथा लैंड क्लियरेंस के लिए 7000 रुपए प्रति हेक्टेयर और एकीकृत खेती के लिए 10,000 रुपए प्रति हेक्टेयर का प्रावधान है। प्रारंभिक 4 वर्षों की अवधि में रखरखाव और अंतर फसल के लिए 50,000 रुपए प्रति हेक्टेयर का प्रावधान है। किसानों के लिए रोजगार के अवसर पैदा करने और उद्योगों को बढ़ावा देने के लिए 5 मीट्रिक टन प्रति घंटा क्षमता वाली नई पाम ऑयल मिल की हर इकाई के लिए 5 करोड़ रुपए तक के अनुदान की व्यवस्था है और क्षमता में वृद्धि होने पर अतिरिक्त धनराशि का भी विकल्प उपलब्ध है। सेंट्रल सरकार इना ऑयल पाम स्कीम थरन रोंदुआ न ही दौनै तुतेन कन हाक ले कन छपुई गई पो कन बेसे। ऑयल पाम के किसान ताजे फलों के गुच्छे यानी FFB का उत्पादन करते हैं, जिनकी वर्तमान में कीमतें अंतर्राष्ट्रीय मूल्यों में उतार चढ़ाव के आधार पर तय होती हैं। पहली बार केंद्र सरकार ताजे फलों के गुच्छे की कीमत के लिए किसानों को आश्वासन दे रही है। ये व्यवहार्यता मूल्य यानी VP कहलाएगा, यानी किसानों को कोई घाटा नहीं होने दिया जाएगा। इन प्रावधानों से किसानों को बाजार के उतार चढ़ाव से संरक्षा भी प्राप्त होगी। व्यवहार्यता मूल्य VP तय करने की शुरुआत 1 नवंबर से होगी और अगले वर्ष 31 अक्टूबर तक जारी रहेगी। इसे ऑयल पाम वर्ष कहा जाएगा। इससे पूर्वोत्तर राज्यों और अंडमान निकोबार में खेती के बेहतर अवसर पैदा होंगे और किसानों को मुस्कुराने की एक और नई वजह मिलेगी।